ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਕੈਨੇਡਾ ਭਰ ਵਿੱਚ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਖ-ਵੱਖ ਸੂਬਿਆਂ ਤੇ ਟੈਰੀਟਰੀਜ਼ ਦੇ ਵਿੱਚ ਕੋਵਿਡ-19 ਦੀ ਵੈਕਸੀਨੇਸ਼ਨ ਦਿੱਤੀ ਜਾ ਰਹੀ ਹੈ ਤੇ ਪ੍ਰਾਇਓਰਿਟੀ ਬੇਸਿਸ ਤੇ ਹੈਲਥ ਕੇਅਰ ਪ੍ਰੋਵਾਈਡਰਸ ਤੇ ਲੌਂਗ ਟਰਮ ਕੇਅਰ ਸੈਂਟਰਸ ਵਿੱਚ ਵੈਕਸੀਨੇਟ ਕੀਤਾ ਜਾ ਰਿਹਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੀ ਸਤੰਬਰ ਤੱਕ ਕੈਨੇਡਾ ਭਰ ਵਿੱਚ ਹਰ ਇੱਕ ਕੈਨੇਡੀਅਨ ਨੂੰ ਵੈਕਸੀਨੇਟ ਕਰ ਦਿੱਤਾ ਜਾਏਗਾ। ਪਰ ਹਜੇ ਵੀ ਕਈ ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਕੋਵਿਡ-19 ਦੀ ਵੈਕਸੀਨ ਲੈਣੀ ਚਾਹੀਦੀ ਹੈ ਜਾਂ ਨਹੀਂ। ਹਾਲਾਂਕਿ ਇਹ ਵੈਕਸੀਨ ਮੈਂਡੇਟੋਰੀ ਨਹੀਂ ਹੈ। ਐਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਵੱਖ-ਵੱਖ ਮੁਲਕਾਂ ਦੇ ਨਾਲ ਕੈਨੇਡਾ ਭਰ ਵਿੱਚ ਵੀ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪ੍ਰਾਇਓਰਿਟੀ ਬੇਸ ਤੇ ਹੈਲਥ ਕੇਅਰ ਪ੍ਰੋਵਾਈਡਰਸ ਤੇ ਲੌਂਗ ਟਰਮ ਕੇਅਰ ਸੈਂਟਰਸ ਵਿੱਚ ਵੈਕਸੀਨੇਟ ਕੀਤਾ ਜਾ ਰਿਹਾ ਹੈ। ਪਰ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਨੇ ਕਿ ਇਹ ਵੈਕਸੀਨ ਸੇਫ ਹੈ ਜਾਂ ਨਹੀਂ। ਐਸੇ ਸੰਬੰਧੀ ਅਸੀਂ ਖਾਸ ਤੌਰ ਤੇ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਪ੍ਰਿਆ ਸ਼ਾਹ ਦੇ ਨਾਲ। ਹੈਲੋ ਡਾਕਟਰ ਪ੍ਰਿਆ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਦ ਕਾਲ। Thank you for having me. ਤੁਹਾਡੇ ਤੋਂ ਜਾਣਨਾ ਚਾਹਾਂਗੇ, ਰੀਸੈਂਟ ਮਾਡਲਿੰਗ ਡਾਟਾ ਜਿਹੜੇ ਕੈਨੇਡਾ ਦੇ ਨੇ ਉਹ ਦੱਸਦੇ ਨੇ ਕਿ ਸਿਚੁਏਸ਼ਨ ਜਿਹੜੀ ਹੈਗੀ ਹੈ ਕੋਵਿਡ-19 ਦੀ ਉਹ ਹੋਰ ਵਰਸਟ ਹੋ ਸਕਦੀ ਹੈ। ਦਿਨ ਬ ਦਿਨ ਅਸੀਂ ਦੇਖ ਰਹੇ ਹਾਂ ਕਿ ਸਿਚੁਏਸ਼ਨ ਜਿਹੜੀ ਹੈਗੀ ਹੈ ਭਾਵੇਂ ਹਸਪੀਟਲ ਦੀ ਹੋਏ, ਵੱਖ-ਵੱਖ ਪ੍ਰੋਵਿੰਸਸ ਦੀ ਹੋਏ, ਡਾਇਰ ਸਿਚੁਏਸ਼ਨ ਇੱਕ ਕ੍ਰੀਏਟ ਹੁੰਦੀ ਜਾ ਰਹੀ ਹੈ। ਓਨਟਾਰੀਓ ਦੀ ਸਪੈਸੀਫਿਕਲੀ ਗੱਲ ਕਰੀਏ ਤਾਂ ਸਟੇ ਟੂ ਹੋਮ ਆਰਡਰ ਜਿਹੜੇ ਨੇ ਉਹ ਇਸ਼ੂ ਕੀਤੇ ਗਏ ਨੇ, ਲੋਕਡਾਊਨ ਚੱਲ ਰਿਹਾ। ਸਿਚੁਏਸ਼ਨ ਇੰਪਰੂਵ ਹੋਣ ਦੀ ਬਜਾਏ ਅਸੀਂ ਦੇਖ ਰਹੇ ਹਾਂ ਕਿ ਹੋਰ ਵਰਸਟ ਹੁੰਦੀ ਜਾ ਰਹੀ ਹੈ। ਕੀ ਕਾਰਨ ਮੰਨਦੇ ਹੋ ਸਭ ਤੋਂ ਪਹਿਲਾਂ ਇਸ ਦਾ? ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਜਿਹੜਾ ਸਟੇ ਐਟ ਹੋਮ ਆਰਡਰ ਹੁਣ ਇਸ਼ੂ ਕੀਤਾ ਗਿਆ ਵਾ, ਉਹ ਜੇ ਪਹਿਲਾਂ ਇਸ਼ੂ ਕੀਤਾ ਗਿਆ ਹੁੰਦਾ ਫਿਰ ਸਾਡੀ ਅੱਜ ਇਹ ਸਥਿਤੀ ਨਹੀਂ ਹੋਣੀ ਸੀਗੀ। ਸੋ ਅਸੀਂ ਆ ਜਿਹੜਾ ਸਟੇ ਐਟ ਹੋਮ ਆਰਡਰ ਹੁਣ ਇਸ਼ੂ ਕੀਤਾ ਗਿਆ ਉਹਦੇ ਇਫੈਕਟਸ ਅਸੀਂ ਫੈਬਰੂਅਰੀ ਦੇ ਵਿੱਚ ਜਾ ਕੇ ਦੇਖਾਂਗੇ। ਸੋ ਇਸ ਵੇਲੇ ਅਸੀਂ ਦੇਖਦੇ ਪਏ ਹਾਂ ਕਿ ਕ੍ਰਿਸਮਸ ਦੇ ਜਿਹੜੇ ਗੈਟ ਟੂਗੇਦਰਸ ਹੋਏ ਸੀਗੇ, ਕਿਉਂਕਿ ਲਾਕਡਾਊਨ ਥੋੜ੍ਹਾ ਲੇਟ ਹੋਇਆ ਸੀਗਾ ਓਨਟਾਰੀਓ ਦੇ ਵਿੱਚ ਕ੍ਰਿਸਮਸ ਤੋਂ ਇੱਕ ਦਿਨ ਬਾਅਦ, ਉਹਦੇ ਕਰਕੇ ਬਹੁਤ ਲੋਕਾਂ ਨੇ ਹਲੇ ਵੀ ਗੈਦਰਿੰਗਸ ਕੀਤੀਆਂ, ਲੋਕ ਮਿਲੇ ਆ ਤੇ ਕੋਵਿਡ ਅਸੈਸਮੈਂਟ ਸੈਂਟਰਸ ਤੇ ਹਸਪੀਟਲਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਸ ਗੈਦਰਿੰਗਸ ਹੋਣ ਕਰਕੇ ਸਾਡੇ ਹਸਪੀਟਲਸ ਹੁਣ ਭਰ ਚੁੱਕੇ ਆ। ਜੀ, ਸਪੈਸੀਫਿਕਲੀ ਹਸਪੀਟਲਸ ਦੀ ਗੱਲ ਕਰੀਏ ਤਾਂ ਐਟ ਪ੍ਰੈਜ਼ੈਂਟ ਹਸਪੀਟਲਸ ਦੀ ਕੀ ਸਿਚੁਏਸ਼ਨ ਹੈਗੀ ਹੈ? ਕਿਉਂਕਿ ਅਸੀਂ ਜਿਵੇਂ ਸੁਣਨ ਚ ਆ ਰਿਹਾ ਲਗਾਤਾਰ ਡਾਕਟਰਸ ਵੱਲੋਂ ਵੀ ਦੱਸਿਆ ਜਾ ਰਿਹਾ, ਸਰਕਾਰ ਵੱਲੋਂ ਵੀ, ਕਿ ਇੱਕ ਡਾਇਰ ਸਿਚੁਏਸ਼ਨ ਹਸਪੀਟਲ ਵਿੱਚ ਕ੍ਰੀਏਟ ਹੋ ਚੁੱਕੀ ਹੈ। ICU ਬੈਡਸ ਜਿਹੜੇ ਨੇ ਉਹ ਫੁੱਲ ਹੋ ਚੁੱਕੇ ਨੇ, ਮੋਰਟੈਲਿਟੀ ਰੇਟ ਵੱਧ ਰਿਹਾ ਹੈ। ਇੱਥੋਂ ਤੱਕ ਕਿ ਬਰੈਂਪਟਨ ਦਾ ਹਸਪੀਟਲ ਇੰਨਾ ਫੁੱਲ ਹੋ ਚੁੱਕਾ ਹੈ ਕਿ ਬਾਕੀ ਸਿਟੀਜ਼ ਨੂੰ ਹੈਲਪ ਕਰਨੀ ਪੈ ਰਹੀ ਹੈ ਬਰੈਂਪਟਨ ਦੀ। ਸੋ ਹੁਣ ਐਤਕੀ ਉਹਨਾਂ ਨੇ ਜਿਹੜਾ ਓਨਟਾਰੀਓ ਹਸਪੀਟਲਸ ਐਸੋਸੀਏਸ਼ਨ ਆ, ਉਹਨਾਂ ਨੇ ਬੇਸਿਕਲੀ ਇਦਾਂ ਕੀਤਾ ਹੈ ਕਿ GTA ਦੇ ਵਿੱਚ ਜਿੰਨੇ ਵੀ ਹਸਪੀਟਲਸ ਹੈਗੇ ਆ, ਹੁਣ ਇਹ ਕੋਸ਼ਿਸ਼ ਕਰਦੇ ਪਏ ਆ ਕਿ ਜਿਹੜੇ ਸਟੇਬਲ ਪੇਸ਼ੈਂਟਸ ਆ ਉਹਨਾਂ ਨੂੰ ਬਾਹਰ ਟ੍ਰਾਂਸਫਰ ਆਊਟ ਕਰ ਸਕੀਏ। ਸੋ ਇਸ ਕਰਕੇ ਅਸੀਂ ਥੋੜੀ ਕੈਪੈਸਿਟੀ ਜਿਹੜੇ GTA ਦੇ ਅੰਦਰ ਹਸਪੀਟਲਸ ਹੈਗੇ ਆ ਉਹਨਾਂ ਦੇ ICU ਚ ਬਣ ਸਕੇ। ਸੋ ਇਸ਼ੂ ਇਹ ਹੈਗਾ ਆ ਕਿ ਸਾਡੇ ਰਿਸੋਰਸਿਸ ਇੰਨੇ ਆ, ਰਾਈਟ। ਮੈਂ ਹਮੇਸ਼ਾ ਇਹ ਐਨਾਲੋਜੀ ਯੂਜ਼ ਕਰਦੀ ਕਿ ਇਲਾਸਟਿਕ ਬੈਂਡ ਦੀ ਤਰ੍ਹਾਂ ਆ ਸਾਡਾ ਮੈਡੀਕਲ ਸਿਸਟਮ। ਅਸੀਂ ਸਟ੍ਰੈਚ ਕਰ ਸਕਦੇ ਆ, ਪਰ ਉਹ ਇਲਾਸਟਿਕ ਬੈਂਡ ਇੱਕ ਦਿਨ ਟੁੱਟ ਜਾਣਾ ਆ। ਸੋ ਇਸ ਵੇਲੇ ਉਹ ਇੰਨਾ ਸਟ੍ਰੈਚ ਹੋ ਚੁੱਕਾ ਆ ਕਿ ਉਹ ਟੁੱਟਣ ਵਾਲਾ ਆ। ਸੋ ਇਸ ਕਰਕੇ ਹੁਣ ਪਲਾਨਿੰਗ ਇਹ ਹੋ ਰਹੀ ਆ ਕਿ ਇੱਕ ਤਾਂ ਪ੍ਰਾਇਓਰਿਟੀ ਕਿ ਜੇ ਸਥਿਤੀ ਏਦਾਂ ਦੀ ਆ ਗਈ, ਸਾਨੂੰ ਕਿਹਨੂੰ ICU ਦੇਣਾ ਚਾਹੀਦਾ, ਕਿਹਨੂੰ ਨਹੀਂ ਦੇਣਾ ਚਾਹੀਦਾ, ਏਜ ਦੇ ਹਿਸਾਬ ਨਾਲ, ਉਹਨਾਂ ਦੀ ਲਾਈਫ ਐਕਸਪੈਕਟੈਂਸੀ ਦੇ ਹਿਸਾਬ ਨਾਲ। ਦੂਜੀ ਚੀਜ਼, ਜੇ ਅਸੀਂ ਕਈਆਂ ਨੂੰ ਥੋੜੇ ਹਸਪੀਟਲਾਂ ਦੇ ਵਿੱਚ ਬਾਹਰ GTA ਦੇ ਵਿੱਚ ਲੈ ਕੇ ਆ ਸਕਦੇ ਹਾਂ, ਫਿਰ ਕਮ ਸੇ ਕਮ ਅਕਿਊਟ ਸਿਚੁਏਸ਼ਨਾਂ ਜਿਹੜੀਆਂ ਨਾਨ ਕੋਵਿਡ ਜਾਂ ਕੋਵਿਡ ICU ਦੀ ਲੋੜ ਆ, ਉਹ ਅਸੀਂ ਬਣਾ ਸਕਦੇ ਹਾਂ। ਜੀ, ਜਿਵੇਂ ਤੁਸੀਂ ਕਿਹਾ ਕਿ GTA ਤੋਂ ਬਾਹਰ ਵੀ ਜਿਹੜੇ ਹਸਪੀਟਲਸ ਨੇ ਉਹ ਹੈਲਪ ਕਰ ਰਹੇ ਨੇ। ਜਿਵੇਂ ਅਸੀਂ ਵੀ ਦੇਖਿਆ ਕਿ ਜਿਹੜੀ ਸਟੇਬਲ ਕੰਡੀਸ਼ਨ ਹੈਗੀ ਹੈ ਪੇਸ਼ੈਂਟਸ ਦੀ, ਉਹਨਾਂ ਨੂੰ ਫੀਲਡ ਹਸਪੀਟਲ ਜਿਹੜਾ ਬਰਲਿੰਗਟਨ ਵਿੱਚ ਤਿਆਰ ਕੀਤਾ ਗਿਆ ਉੱਥੇ ਮੂਵ ਕੀਤਾ ਜਾ ਰਿਹਾ ਹੈ। ਪਰ ਕੋਵਿਡ ਤੋਂ ਇਲਾਵਾ ਹੋਰ ਵੀ ਪੇਸ਼ੈਂਟਸ ਨੇ, ਹੋਰ ਵੀ ਸਰਜਰੀਜ਼ ਜਿਨ੍ਹਾਂ ਦੀਆਂ ਆਲਰੇਡੀ ਸਕੈਜੂਲ ਸੀਗੀਆਂ, ਉਹਨਾਂ ਪੇਸ਼ੈਂਟਸ ਦਾ ਹੁਣ ਕੀ ਕੁਝ ਕੀਤਾ ਜਾ ਰਿਹਾ ਹੈ? ਵੈਲ, ਬਹੁਤ ਦੁੱਖ ਦੀ ਗੱਲ ਆ ਕਿ ਸਰਜਰੀਜ਼ ਕੈਂਸਲ ਹੋ ਰਹੀਆਂ ਆ। ਸੋ ਇਹਦੇ ਇਹ ਇੰਪਲੀਕੇਸ਼ਨਸ ਹੁੰਦੀਆਂ ਹੈ ਕਿ ਸਮਝ ਲਓ ਕਿਸੇ ਨੂੰ ਕੈਂਸਰ ਹੈਗਾ ਆ, ਕੈਂਸਰ ਦੀ ਸਰਜਰੀ ਦੀ ਲੋੜ ਸੀਗੀ ਪਰ ICU ਦੇ ਵਿੱਚ ਕੈਪੈਸਿਟੀ ਨਹੀਂ ਹੈਗੀ, ਸੋ ਉਹਨਾਂ ਦੀ ਸਰਜਰੀਆਂ ਹੁਣ ਡਿਲੇ ਹੋ ਰਹੀਆਂ ਆ। ਸੋ ਪ੍ਰੋਬਲਮ ਇਹ ਆ ਕਿ ਕੋਵਿਡ ਇੱਕ ਤਰ੍ਹਾਂ ਆ, ਪਰ ਕੋਵਿਡ ਨੂੰ ਇੱਕ ਤਰ੍ਹਾਂ ਦਾ ICU ਨਹੀਂ ਚਾਹੀਦਾ। ਪਰ ਆ ਜਿਹੜੇ ਪੇਸ਼ੈਂਟਸ ਆ, ਜਿੱਦਾਂ ਕਿਸੇ ਨੂੰ ਮੈਸਿਵ ਹਾਰਟ ਅਟੈਕ ਹੋ ਜਾਵੇ ਤੇ ਉਹਨਾਂ ਨੂੰ ਸਰਜਰੀ ਦੀ ਲੋੜ ਆ, ਜਾਂ ਵੱਡਾ ਮੋਟਰ ਵਹੀਕਲ ਐਕਸੀਡੈਂਟ ਜਾਂ ਕ੍ਰੈਸ਼ ਹੋ ਜਾਵੇ, ਉਹ ਸਾਰੇ ਲੋਕਾਂ ਨੂੰ ICU ਮਿਲਣ ਦੇ ਚਾਂਸਸ ਹੁਣ ਸਾਨੂੰ ਦੇਖਣੇ ਪੈਣੇ ਆ ਕਿ ਇਹਨੂੰ ਸਭ ਤੋਂ ਜ਼ਿਆਦਾ ਲੋੜ ਆ, ਕੈਪੈਸਿਟੀ ਹੈਗੀ ਕਿ ਨਹੀਂ ਹੈਗੀ।
ਜੀ ਡਾਕਟਰ ਪ੍ਰਿਆ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਡਿਜ਼ੀਜ਼ ਆਉਂਦਾ ਹੈ ਪਰ ਜਦੋਂ ਉਸ ਦੀ ਵੈਕਸੀਨ ਆ ਜਾਂਦੀ ਹੈ ਤਾਂ ਉਹ ਇੱਕ ਰਾਹਤ ਦੀ ਗੱਲ ਹੁੰਦੀ ਹੈ ਪਰ ਬੇਸ਼ੱਕ ਹੁਣ ਕੋਵਿਡ ਦੀ ਵੈਕਸੀਨ ਤਾਂ ਆ ਚੁੱਕੀ ਹੈ ਪਰ ਇੱਕ ਆਮ ਇਨਸਾਨ ਨੂੰ ਵੈਕਸੀਨ ਮਿਲਣ ਨੂੰ ਹਜੇ ਕਾਫੀ ਸਮਾਂ ਹੈਗਾ ਤੇ ਵੈਕਸੀਨੇਸ਼ਨ ਪ੍ਰੋਸੈਸ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਇਸ ਸੰਬੰਧੀ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਆਰ ਯੂ ਵੈਕਸੀਨੇਟਡ ਯੈਟ? Yes, I got vaccinated 2 weeks ago ਤੇ ਮੇਰੀ next dose next week ਹੈ due. ਜੀ ਕਿਉਂਕਿ ਤੁਹਾਨੂੰ ਆਪ ਵੈਕਸੀਨੇਸ਼ਨ ਮਿਲੀ ਹੈ ਇਸ ਲਈ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਈ ਲੋਕਾਂ ਦੇ ਮਨਾਂ ਵਿੱਚ ਡਾਊਟ ਹੈ ਕਿ ਕੋਵਿਡ ਦੀ ਵੈਕਸੀਨ ਹਜੇ ਲੈਣੀ ਚਾਹੀਦੀ ਹੈ ਜਾਂ ਨਹੀਂ ਇਸ ਦੇ ਕੋਈ ਸਾਈਡ ਇਫੈਕਟਸ ਹੋ ਸਕਦੇ ਨੇ ਬੇਸ਼ੱਕ ਸਟੱਡੀਜ਼ ਦੱਸਦੀਆਂ ਨੇ ਇਟਸ 95% ਸੇਫ ਬਟ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਇੱਕ ਡਾਊਟ ਹੁੰਦਾ ਹੈ ਕਿ ਜੋ ਸਾਈਡ ਇਫੈਕਟ ਹੋਏਗਾ ਉਹ ਕੁਝ ਸਮੇਂ ਬਾਅਦ ਜਾ ਕੇ ਸਾਹਮਣੇ ਆਏਗਾ ਤੁਸੀਂ ਆਪ ਹਲੇ ਵੈਕਸੀਨੇਸ਼ਨ ਲਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ? So basically ਜਿੰਨੇ ਵੀ ਅਸੀਂ ਡਾਕਟਰਸ ਫਰੰਟਲਾਈਨ ਹੈਲਥ ਵਰਕਰਸ ਨਰਸਿਸ ਸਾਰਿਆਂ ਨੇ ਵੈਕਸੀਨੇਸ਼ਨਾਂ ਲਿੱਤੀਆਂ ਆ ਤੇ ਦੌੜ ਕੇ ਕੋਸ਼ਿਸ਼ ਕਰ ਰਹੇ ਆ ਲੈਣ ਲਈ ਇਹਦਾ ਇਹੀ ਰੀਜ਼ਨ ਆ ਕਿ ਵੈਕਸੀਨ ਬਹੁਤ ਸੇਫ ਆ ਸੋ ਜੇ ਅਸੀਂ ਸਾਰੀ ਜ਼ਿੰਦਗੀ ਦੇਖੀਏ ਕਿ ਕਿੰਨੀਆਂ ਵੈਕਸੀਨੇਸ਼ਨਸ ਬਣ ਚੁੱਕੀਆਂ ਕਿੰਨੇ ਡਿਜ਼ੀਜ਼ਸ ਅਸੀਂ ਕੱਟ ਕਰ ਚੁੱਕੇ ਪੋਲੀਓ ਹੋਵੇ ਇਬੋਲਾ ਹੋਵੇ ਟੈਟਨਸ ਡਿਫਥੀਰੀਆ ਇਹ ਸਾਰੀ ਚੀਜ਼ਾਂ ਵੈਕਸੀਨੇਸ਼ਨ ਨਾਲ ਗਈਆਂ ਆ ਸਾਰਿਆਂ ਦੇ ਮਨ ਦੇ ਵਿੱਚ ਇਹ ਡਰ ਅਸੀਂ ਸੁਣਦੇ ਪਏ ਹਾਂ ਕਿ ਵੈਕਸੀਨੇਸ਼ਨ ਇੰਨੀ ਜਲਦੀ ਬਣੀ ਆ ਪਰ ਜਿਹੜੀ ਅਸੀਂ ਫਾਈਜ਼ਰ ਤੇ ਮੋਡਰਨਾ ਦੀ ਅਸੀਂ mRNA ਵੈਕਸੀਨ ਕਹਿੰਦੇ ਆ ਇਹ ਟੈਕਨੋਲੋਜੀ ਐਕਚੁਅਲੀ 10 ਸਾਲ ਤੋਂ ਜ਼ਿਆਦਾ ਦੇਰ ਲਈ ਬਣ ਰਹੀ ਸੀਗੀ ਸੋ ਜਦੋਂ ਉਹਨਾਂ ਨੇ ਸਟੱਡੀ ਕੀਤਾ ਇਸ ਵਾਇਰਸ ਨੂੰ ਉਹਨਾਂ ਨੂੰ ਪਤਾ ਲੱਗਾ ਕਿ ਉਹ ਟੈਕਨੋਲੋਜੀ ਇਸ ਵਾਇਰਸ ਦੇ ਖਿਲਾਫ ਯੂਜ਼ ਹੋ ਸਕਦੀ ਆ ਸੋ ਇਸ ਕਰਕੇ ਇਹ ਜਿਹੜੀ ਵੈਕਸੀਨ ਆ ਐਕਚੁਅਲੀ ਇੰਨੀ ਜਲਦੀ ਨਹੀਂ ਬਣੀ ਅਸੀਂ ਬਹੁਤ ਲੱਕੀ ਮੇਰ ਹੋ ਗਈ ਸਾਡੇ ਉੱਤੇ ਕਿ ਇਹ ਟੈਕਨੋਲੋਜੀ ਮੈਚ ਕਰ ਗਈ ਨਾਲੇ ਜਿਹੜੀ ਵੈਕਸੀਨਸ ਹੈਗੀਆਂ ਆ ਇਹਦੇ ਵਿੱਚ ਕੋਈ ਕਰੋਨਾ ਵਾਇਰਸ ਨਹੀਂ ਹੈਗਾ ਕੋਈ ਐਨੀਮਲ ਇੰਗਰੀਡੀਐਂਟ ਨਹੀਂ ਹੈਗਾ ਕੋਈ ਏਦਾਂ ਦੀ ਚੀਜ਼ ਨਹੀਂ ਹੈਗੀ ਜਿਹੜੇ ਲੋਕਾਂ ਨੂੰ ਕਿਉਂਕਿ ਬਹੁਤ ਲੋਕ ਇਹ ਹੁੰਦੇ ਆ ਕਿ ਵੈਜੀਟੇਰੀਅਨ ਹੈਗੇ ਵੀਗਨ ਹੈਗੇ ਹਲਾਲ ਖਾਂਦੇ ਆ ਤੇ ਕਹਿੰਦੇ ਅਸੀਂ ਨਹੀਂ ਚਾਹੁੰਦੇ ਕਿ ਏਦਾਂ ਦੀ ਕੋਈ ਚੀਜ਼ ਅਸੀਂ ਆਪਣੇ ਸਰੀਰ 'ਚ ਪਾਈਏ ਸੋ ਇਹ ਵੀ ਡਾਊਟਸ ਕ੍ਰੀਏਟ ਹੋ ਰਹੀਆਂ ਜਿਹਦੇ ਕਰਕੇ ਲੋਕ ਵੈਕਸੀਨ ਨਹੀਂ ਲੈਣਾ ਚਾਹੁੰਦੇ ਪਰ ਇਹ ਵੈਕਸੀਨ ਦੇ ਵਿੱਚ ਪਾਣੀ ਹੈਗ ਜਿਹੜਾ ਸੀ ਲੈਕਸੇਡੇ ਜਿਨ੍ਹਾਂ ਨੂੰ ਕਨਸਟੀਪੇਸ਼ਨ ਹੋ ਜਾਂਦੀ ਆ ਉਹ ਲੈਂਦੇ ਆ ਥੋੜੇ ਸ਼ੂਗਰ ਪਾਰਟੀਕਲਸ ਤੇ ਕੋਲੇਸਟਰੋਲ ਪਾਇਆ ਤੇ ਲੈਬ ਕ੍ਰੀਏਟਡ mRNA ਵਿੱਚ ਪਾਇਆ ਆ ਸੋ ਬਹੁਤ ਸੇਫ ਆ ਵੈਜੀਟੇਰੀਅਨ ਹਲਾਲ ਵੀਗਨ ਜਿੱਦਾਂ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕੋਈ ਐਨੀਮਲ ਇੰਗਰੀਡੀਐਂਟ ਨਹੀਂ ਹੈਗਾ ਕੋਈ ਫੀਟਲ ਸੈਲਸ ਨਹੀਂ ਹੈਗੇ ਉਹ ਵੀ ਇੱਕ ਰੂਮਰ ਚੱਲ ਰਿਹਾ ਸੀਗਾ ਤੇ 95% ਜਿੱਦਾਂ ਤੁਸੀਂ ਕਿਹਾ ਇਫੈਕਟਿਵ ਆ ਇਸ ਵਾਇਰਸ ਦੇ ਅਗੇਂਸਟ ਪਰ ਵੈਕਸੀਨ ਦੀ ਸਪੈਸੀਫਿਕਲੀ ਗੱਲ ਕਰੀਏ ਵੈਕਸੀਨ ਦੀ ਜਿਹੜੀ ਡਿਬੇਟ ਹੈਗੀ ਹੈ ਉਹ ਹੁਣ ਦੀ ਨਹੀਂ ਹੈਗੀ ਕੋਵਿਡ-19 ਤੋਂ ਬਾਅਦ ਦੀ ਨਹੀਂ ਹੈਗੀ ਵੈਕਸੀਨ ਦੀ ਡਿਬੇਟ ਅਸੀਂ ਕਈ ਸਾਲਾਂ ਤੋਂ ਦੇਖ ਰਹੇ ਹਾਂ ਇਨਫੈਕਟ ਜੇ ਫਲੂ ਵੈਕਸੀਨੇਸ਼ਨ ਦੀ ਵੀ ਗੱਲ ਕਰੀਏ ਤਾਂ ਕਈ ਲੋਕ ਇਸ ਦੇ ਹੱਕ ਵਿੱਚ ਹੁੰਦੇ ਨੇ ਕਈ ਲੋਕ ਇਸ ਦੇ ਹੱਕ ਵਿੱਚ ਨਹੀਂ ਹੁੰਦੇ ਨੇ ਤਾਂ ਇਹ ਡਿਬੇਟ ਤਾਂ ਇਹ ਇਸੇ ਤਰ੍ਹਾਂ ਹੀ ਕੰਟੀਨਿਊ ਰਹਿਣੀ ਹੈ ਬਟ ਜਿਵੇਂ ਅਸੀਂ ਹਰ ਸਾਲ ਫਲੂ ਵੈਕਸੀਨ ਵੀ ਲੈਂਦੇ ਹਾਂ ਹਰ ਸਾਲ ਕਿਹਾ ਜਾਂਦਾ ਹੈ ਕਿ ਫਲੂ ਸ਼ਾਟ ਆਪਣਾ ਜ਼ਰੂਰ ਲਗਵਾਓ ਬਟ ਪਹਿਲੀ ਵਾਰ ਜਦੋਂ ਕੋਈ ਫਲੂ ਸ਼ਾਟ ਲਗਵਾਉਂਦਾ ਹੈ ਤਾਂ ਕੁਝ ਉਹਨਾਂ ਵਿੱਚ ਬੋਡੀ ਵਿੱਚ ਕੁਝ ਚੇਂਜਸ ਹੁੰਦੇ ਹੈ ਜਾਂ ਕੁਝ ਸਮੇਂ ਲਈ ਕੋਈ ਤਬੀਅਤ ਖਰਾਬ ਰਹਿੰਦੀ ਹੈ ਜਾਂ ਫੀਵਰ ਹੁੰਦਾ ਹੈ ਕਿ ਕੋਵਿਡ ਦੀ ਵੈਕਸੀਨ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਕੁਝ ਹੈਗੇ ਸੋ ਹਰ ਜਿਹੜੀ ਵੀ ਕੋਈ ਚੀਜ਼ ਅਸੀਂ ਲਵਾਂਗੇ ਦਵਾ ਦੀ ਤੌਰ ਤੇ ਜਿੱਦਾਂ ਵੈਕਸੀਨ ਹੋਵੇ ਜਾਂ ਟਾਈਲੇਨੋਲ ਹੋਵੇ ਜਿਹੜੇ ਅਸੀਂ ਸਾਰੇ ਲੈਂਦੇ ਸਿਰ ਦਰਦ ਲਈ ਉਹਦੇ ਸਾਈਡ ਇਫੈਕਟਸ ਹੁੰਦੇ ਆ ਪਰ ਸਾਈਡ ਇਫੈਕਟਸ ਦਾ ਇਹ ਨਹੀਂ ਮਤਲਬ ਹੁੰਦਾ ਕਿ ਦਵਾਈ ਨਹੀਂ ਲੈਣੀ ਚਾਹੀਦੀ ਰਾਈਟ ਸੋ ਜਿਹੜੀ ਵੈਕਸੀਨ ਹੈ ਯੈਸ ਉਹਦੇ ਮੋਸਟ ਕਾਮਨ ਸਾਈਡ ਇਫੈਕਟਸ ਆ ਜਿੱਦਾਂ ਬਾਂਹ ਦੁਖਣਾ ਮੇਰੀ ਬਾਂਹ ਵੀ ਇੱਕ ਦਿਨ ਦੁਖੀ ਸੀਗੀ ਪਰ MMR ਦੀ ਵੈਕਸੀਨ ਤੋਂ ਬਾਅਦ ਫਲੂ ਦੀ ਵੈਕਸੀਨ ਤੋਂ ਬਾਅਦ ਇਹ ਸਾਰੀ ਵੈਕਸੀਨਾਂ ਬਾਅਦ ਮੇਰੀ ਬਾਂਹ ਦੁਖਦੀ ਹੈ ਕਈਆਂ ਨੂੰ ਬੁਖਾਰ ਹੋ ਜਾਂਦਾ ਕਈਆਂ ਨੂੰ ਚਿਲਸ ਹੋ ਜਾਂਦੇ ਆ ਪਰ ਇਸ ਵੈਕਸੀਨ ਦੇ ਵਿੱਚ ਯੂਜੂਅਲੀ ਆ ਸਾਈਡ ਇਫੈਕਟਸ ਇੱਕ ਦਿਨ ਲਾਸਟ ਕੀਤੇ ਆ ਤੇ ਬਾਅਦ ਵਿੱਚ ਬੰਦਾ ਬਿਲਕੁਲ ਨਾਰਮਲ ਹੋ ਗਿਆ ਸਾਈਡ ਇਫੈਕਟ ਦਾ ਇਹ ਮਤਲਬ ਹੁੰਦਾ ਹੈ ਜਦੋਂ ਤੁਸੀਂ ਵੈਕਸੀਨ ਲੈਂਦੇ ਆ ਕਿ ਤੁਹਾਡਾ ਖੁਦ ਦਾ ਇਮਿਊਨ ਸਿਸਟਮ ਉਸ ਚੀਜ਼ ਨੂੰ ਫਾਈਟ ਕਰ ਰਿਹਾ ਵਾ ਤੇ ਇਮਿਊਨ ਰਿਸਪੌਂਸ ਕ੍ਰੀਏਟ ਕਰ ਰਿਹਾ ਹੈ ਸੋ ਤੁਹਾਡੀ ਆਰਮੀ ਤੁਹਾਡੇ ਸਰੀਰ ਦੀ ਆਰਮੀ ਰੈਡੀ ਹੋ ਰਹੀ ਹੈ ਇਸ ਕਰਕੇ ਇਹ ਇਫੈਕਟਸ ਹੁੰਦੇ ਆ ਇਹਦਾ ਇਹ ਨਹੀਂ ਮਤਲਬ ਹੁੰਦਾ ਕਿ ਉਹ ਮੈਂ ਫਲੂ ਦੀ ਵੈਕਸੀਨ ਲਿੱਤੀ ਤੇ ਮੈਨੂੰ ਫਲੂ ਹੋ ਗਿਆ ਜਾਂ ਮੈਂ ਕੋਵਿਡ ਦੀ ਵੈਕਸੀਨ ਲਿੱਤੀ ਤੇ ਮੈਨੂੰ ਕੋਵਿਡ ਹੋ ਗਿਆ ਇਦਾਂ ਨਹੀਂ ਹੁੰਦਾ ਇਹ ਤੁਹਾਡੇ ਸਰੀਰ ਦਾ ਇਮਿਊਨ ਰਿਸਪੌਂਸ ਹੈ ਜੀ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪ੍ਰਾਇਓਰਟਾਈਜ਼ ਕੀਤਾ ਗਿਆ ਹੈ ਕਿ ਪਹਿਲਾਂ ਹੈਲਥ ਕੇਅਰ ਵਰਕਰਸ ਹੈਲਥ ਕੇਅਰ ਪ੍ਰੋਵਾਈਡਰਸ ਉਸ ਤੋਂ ਬਾਅਦ ਲੌਂਗ ਟਰਮ ਕੇਅਰ ਸੈਂਟਰਸ ਵਿੱਚ ਜਿਹੜੇ ਰੈਜ਼ੀਡੈਂਟ ਹੈਗੇ ਨੇ ਉਹਨਾਂ ਨੂੰ ਵੈਕਸੀਨ ਦਿੱਤੀ ਜਾਣੀ ਹੈ ਉਸ ਤੋਂ ਬਾਅਦ ਜਨਰਲ ਪਬਲਿਕ ਤੱਕ ਇਹ ਵੈਕਸੀਨ ਪਹੁੰਚਦੇ ਸ਼ਾਇਦ ਅਗਸਤ ਸੈਪਟੈਂਬਰ ਤੱਕ ਦਾ ਸਮਾਂ ਹੋ ਜਾਣਾ ਹੈ ਪਰ ਰੀਸੈਂਟ ਅਪਡੇਟ ਦੱਸਦੇ ਨੇ ਕਿ ਫਾਈਜ਼ਰ ਦੀ ਜਿਹੜੀ ਵੈਕਸੀਨ ਹੈ ਉਸ ਨੂੰ ਹੁਣ ਥੋੜਾ ਡਿਲੇ ਚੱਲ ਰਿਹਾ ਉਹਦਾ ਤੇ ਜਿਨ੍ਹਾਂ ਨੂੰ ਹੁਣ ਸੈਕਿੰਡ ਡੋਜ਼ ਮਿਲਣੀ ਹੈ ਤੇ ਜੇ ਉਹ ਡਿਲੇ ਹੁੰਦਾ ਉਸ ਦਾ ਕੁਝ ਇੰਪੈਕਟ ਤਾਂ ਨਹੀਂ ਹੋਏਗਾ ਸੋ ਇਸ ਵੇਲੇ ਜਿਹੜੇ ਹਿਸਾਬ ਨਾਲ ਸਾਨੂੰ ਜਾਣਕਾਰੀ ਹੈਗੀ ਹੈ ਅਸੀਂ ਇਨਫ ਡੋਸੇਸ ਸਿਕਿਉਰ ਕੀਤੇ ਸੀਗੇ ਕਿ ਜਿਨ੍ਹਾਂ ਨੂੰ ਫਰਸਟ ਡੋਜ਼ ਮਿਲਿਆ ਉਹਨਾਂ ਨੂੰ ਸੈਕੰਡ ਡੋਜ਼ ਵੀ ਮਿਲੂਗਾ
ਸੋ ਗਵਰਨਮੈਂਟ ਨੇ ਐਕਚੁਅਲੀ ਅਗਲੇ ਹਫਤੇ ਰਿਲੀਜ਼ ਕੀਤਾ ਆ ਕਿ ਜਿਹੜੀ ਡੇਟ ਦੇ ਹਿਸਾਬ ਨਾਲ ਤੁਹਾਨੂੰ ਵੈਕਸੀਨ ਮਿਲੀ ਆ ਉਹਨਾਂ ਨੂੰ ਕਿੱਦਾਂ ਵੈਕਸੀਨ ਨਾਲ ਲਾਈਕ ਕਿਹਦੇ ਹਿਸਾਬ ਨਾਲ ਦੂਸਰਾ ਡੋਜ਼ ਮਿਲੂਗਾ ਸੋ ਇਸ ਵੇਲੇ ਕੋਈ ਡਿਲੇ ਨਹੀਂ ਦਿਖ ਰਿਹਾ ਪਰ ਜਦੋਂ ਵੈਕਸੀਨ ਆਊਗੀ ਹੋਰ ਸਟੋਰੇਜ ਦੇ ਵਿੱਚ ਫੇਰ ਸਾਨੂੰ ਪਤਾ ਲੱਗੂਗਾ ਕਿ ਥੋੜੀ ਡਿਲੇ ਹੈਗੀ ਕਿ ਨਹੀਂ ਹੈਗੀ ਪਰ ਆਈਡੀਆ ਇਹ ਹੈਗਾ ਆ ਕਿ ਜੇ ਤੁਸੀਂ ਫਰਸਟ ਡੋਜ਼ ਲੈ ਲੈਂਦੇ ਆ ਤੁਹਾਨੂੰ ਕਮ ਸੇ ਕਮ 50 ਜਾਂ 80% ਤੁਹਾਡੀ ਇਫੈਕਟ ਹੋ ਜਾਂਦਾ ਆ ਦੂਸਰੇ ਡੋਜ਼ ਲੈਣ ਤੋਂ ਬਾਅਦ ਤੁਹਾਡੀ 95% ਐਫੀਕੇਸੀ ਆ ਜਾਂਦੀ ਹੈ ਸੋ ਜੇ ਅਸੀਂ ਕਮ ਸੇ ਕਮ ਫਰਸਟ ਡੋਜ਼ ਲੈ ਲਈਏ ਦੂਸਰਾ ਡੋਜ਼ ਡਿਲੇ ਕਰਨ 'ਚ ਇੰਨੀ ਪ੍ਰੋਬਲਮ ਨਹੀਂ ਹੈਗੀ ਜਿੰਨੀ ਉਸ ਜਲਦੀ ਲੈਣ ਤੋਂ ਹੋ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਦੂਸਰਾ ਡੋਜ਼ ਲੈਂਦੇ ਆ ਉਦੋਂ ਤੁਹਾਡੀ ਇਮਿਊਨ ਸਿਸਟਮ ਹੋਰ ਵੱਧ ਜਾਂਦਾ ਆ ਸੋ ਜੇ ਅਸੀਂ ਕ੍ਰਿਕਟ ਜਿਹੜੇ ਸਾਰੇ ਵਾਚ ਕਰਦੇ ਆ ਕ੍ਰਿਕਟ ਦੀ ਪ੍ਰੈਕਟਿਸ ਹੁੰਦੀ ਆ ਰਾਈਟ ਜਦੋਂ ਪਹਿਲਾ ਡੋਜ਼ ਮਿਲਦਾ ਆ ਤੁਹਾਡੀ ਉਹ ਟੈਸਟ ਮੈਚ ਹੋ ਜਾਂਦਾ ਆ ਜਦੋਂ ਤੁਹਾਨੂੰ ਦੂਸਰਾ ਡੋਜ਼ ਮਿਲ ਜਾਂਦਾ ਹੈ ਉਦੋਂ ਤੁਹਾਡੀ ਕ੍ਰਿਕਟ ਟੀਮ ਤਿਆਰ ਆ ਇੰਡੀਆ ਵਰਲਡ ਮੈਚ ਦੇ ਵਿੱਚ ਖੇਲਣ ਨੂੰ ਜਾਂ ਪਾਕਿਸਤਾਨ ਵਰਲਡ ਮੈਚ ਦੇ ਵਿੱਚ ਖੇਲਣ ਨੂੰ ਸੋ ਇਦਾਂ ਐਫੀਕੇਸੀ ਹੋ ਜਾਂਦੀ ਹੈ ਤੁਹਾਨੂੰ ਹੋਰ ਤਿਆਰੀ ਹੋ ਜਾਂਦੀ ਜੀ ਇੱਕ ਹੋਰ ਸਵਾਲ ਤੁਹਾਡੇ ਤੋਂ ਕਰਨਾ ਚਾਹਾਂਗੇ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਔਮਨਸ ਹੈਗੀਆਂ ਜਾਂ ਫਿਰ ਬੱਚੇ ਹੈਗੇ ਆ ਉਹਨਾਂ ਨੂੰ ਤੁਸੀਂ ਵੈਕਸੀਨ ਲਈ ਕੀ ਐਡਵਾਈਸ ਕਰੋਗੇ ਸੋ ਜਿਹੜੀ ਪ੍ਰੈਗਨੈਂਟ ਲੇਡੀਜ਼ ਆ ਜਿਹੜੇ ਬ੍ਰੈਸਟ ਫੀਡ ਕਰਦੇ ਪਏ ਆ ਨੈਕੀ ਜਿਹੜੀ ਹੈਗੀ ਆ ਤੇ ਜਿਹੜਾ ਕਾਲਜ ਆਫ ਆਬਸਟ੍ਰੈਕਟਿਕਸ ਐਂਡ ਗਾਇਨੋਕੋਲੋਜੀ ਜਿਹੜੇ ਮਹਿਲਾ ਦੇ ਡਾਕਟਰ ਹੁੰਦੇ ਆ ਉਹਨਾਂ ਸਾਰਿਆਂ ਨੇ ਇਹ ਕਿਹਾ ਵਾ ਕਿ ਸਾਨੂੰ ਵੈਕਸੀਨ ਲੈਣੀ ਚਾਹੀਦੀ ਆ ਸਪੈਸ਼ਲੀ ਜੇ ਤੁਸੀਂ ਹਾਈ ਰਿਸਕ এনवायरमेंट ਦੇ ਵਿੱਚ ਕੰਮ ਕਰਦੇ ਆ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਊਥ ਏਸ਼ੀਅਨ ਲੇਡੀਜ਼ ਹੈਗੀਆਂ ਆ ਜਿਹੜੀਆਂ ਲੌਂਗ ਟਰਮ ਕੇਅਰ ਨਰਸਿਸ ਡਾਕਟਰਸ PSWs ਇਦਾਂ ਦੇ ਕੈਰੀਅਰਸ ਦੇ ਵਿੱਚ ਐਸੈਂਸ਼ੀਅਲ ਵਰਕਰਸ ਹੈਗੇ ਆ ਉਹਨਾਂ ਨੂੰ ਇਹ ਵੈਕਸੀਨ ਲੈਣੀ ਚਾਹੀਦੀ ਆ ਯੈਸ ਸਾਰਿਆਂ ਨੂੰ ਇਹ ਕਹਿ ਰਹੇ ਆ ਕਿ ਸਟੱਡੀਜ਼ ਇਨਫ ਨਹੀਂ ਹੈਗੇ ਪਰ ਜਿੰਨੇ ਸਟੱਡੀਜ਼ ਅੱਜ ਤੱਕ ਹੋਏ ਆ ਉਹਨਾਂ ਵਿੱਚ ਕੋਈ ਸਾਈਡ ਇਫੈਕਟ ਜਾਂ ਇਲ ਬੈਨੀਫਿਟ ਨਹੀਂ ਦਿਖਦਾ ਪਿਆ ਪ੍ਰੈਗਨੈਂਟ ਤੇ ਬ੍ਰੈਸਟ ਫੀਡਿੰਗ ਲੇਡੀਜ਼ ਦੇ ਵਿੱਚ ਜਿਹੜੇ ਬੱਚੇ ਆ ਉਹ ਇਸ ਵੇਲੇ ਵੈਕਸੀਨ ਨਹੀਂ ਲੈਣਗੇ ਕਿਉਂਕਿ ਨੰਬਰ 1 ਉਹਨਾਂ ਵਿੱਚ ਸਟੱਡੀ ਨਹੀਂ ਹੋਈ ਪਰ ਦੂਜੀ ਇੱਕ ਅੱਛੀ ਚੀਜ਼ ਉਹਨਾਂ ਵਿੱਚ ਇਹ ਆ ਕਿ ਉਹ ਇੰਨਾ ਸਪਰੈਡ ਨਹੀਂ ਕਰ ਸਕਦੇ ਕੋਵਿਡ-19 ਨੂੰ ਸੋ ਜੇ ਉਹ ਬਿਮਾਰ ਹੋ ਵੀ ਜਾਣਗੇ ਕੋਵਿਡ-19 ਤੋਂ ਉਹਨਾਂ ਨੂੰ ਇੰਨੇ ਸਿੰਪਟਮਸ ਨਹੀਂ ਹੋਣਗੇ ਜਿੰਨੇ ਸਾਡੇ ਬਜ਼ੁਰਗਾਂ ਨੂੰ ਜਾਂ 올ਡਰ ਲੋਕਾਂ ਨੂੰ ਹੋਣਗੇ ਜੀ ਤੁਸੀਂ ਆਪਣੇ ਵੱਲੋਂ ਲੋਕਾਂ ਨੂੰ ਕੀ ਐਡਵਾਈਸ ਕਰਨਾ ਚਾਹੋਗੇ ਕਿਉਂਕਿ ਤੁਸੀਂ ਆਪ ਉਹ ਹਾਲਾਤ ਦੇਖੇ ਨੇ ਜੋ ਹਸਪੀਟਲਸ ਤੇ ਇਸ ਵੇਲੇ ਅਸੀਂ ਨਿਊਜ਼ ਵਿੱਚ ਦੇਖ ਰਹੇ ਹਾਂ ਜਾਂ ਫਿਰ ਜਿਹੜੇ ਡਾਕਟਰਸ ਵੱਲੋਂ ਸੁਣ ਰਹੇ ਹਾਂ ਤੁਸੀਂ ਆਪ ਲੋਕਾਂ ਨੂੰ ਕੀ ਐਡਵਾਈਸ ਕਰਨਾ ਚਾਹੋਗੇ ਮੇਰੀ ਐਡਵਾਈਸ ਇਹ ਹੈਗੀ ਹੈ ਸਾਰਿਆਂ ਨੂੰ ਕਿ ਜਿਹੜੀ ਵੈਕਸੀਨ ਆ ਇਹ ਬਹੁਤ ਇੰਪੋਰਟੈਂਟ ਟੂਲ ਆ ਇਹ ਪੈਂਡੈਮਿਕ ਨੂੰ ਸਟਾਪ ਕਰਨ ਨੂੰ ਜੇ ਤੁਹਾਨੂੰ ਵੈਕਸੀਨ ਲੈਣ ਦਾ ਮੌਕਾ ਮਿਲੂਗਾ ਤੁਸੀਂ ਜ਼ਰੂਰ ਲਵੋ ਤੁਸੀਂ ਇਹ ਦੋ ਚੀਜ਼ਾਂ ਨੂੰ ਇਦਾਂ ਕੰਪੇਅਰ ਨਹੀਂ ਕਰ ਸਕਦੇ ਕਿ ਫਲੂ ਦੀ ਵੈਕਸੀਨ ਤੇ ਕੋਵਿਡ ਦੀ ਵੈਕਸੀਨ ਇਕੁਅਲ ਆ ਤੇ ਫਲੂ ਦੀ ਵੈਕਸੀਨ ਜੇ ਅਸੀਂ ਦੇਖੀਏ 40 50 60% ਇਫੈਕਟਿਵ ਹੋਗੀ ਜੇ ਪਰਫੈਕਟ ਮੈਚ ਹੋ ਜਾਵੇ ਕੋਵਿਡ-19 ਦੀ ਜਿਹੜੀਆਂ ਸਾਨੂੰ ਦੋ ਵੈਕਸੀਨਾਂ ਕੈਨੇਡਾ ਦੇ ਵਿੱਚ ਮਿਲੀਆਂ ਆ 95% ਇਫੈਕਟਿਵ ਆ ਇਸ ਬਿਮਾਰੀ ਦੀ ਸਿਵੈਰਿਟੀ ਘਟਾਉਣ ਨੂੰ ਸੋ ਜੇ ਤੁਸੀਂ ਵੈਕਸੀਨ ਲੈ ਲਓਗੇ ਤੁਸੀਂ ਆਪਣੀ ਜ਼ਿੰਦਗੀ ਬਚਾਓਗੇ ਲੋਕਾਂ ਦੀ ਜ਼ਿੰਦਗੀ ਬਚਾਓਗੇ ਤੇ ਇਵੈਂਚੁਅਲੀ ਅਸੀਂ ਨਾਰਮਲ ਲਾਈਫ ਜੀ ਸਕਦੇ ਹਾਂ ਅਸੀਂ ਆਪਣੇ ਦੋਸਤਾਂ ਨੂੰ ਮਿਲ ਸਕਦੇ ਹਾਂ ਆਪਣੇ ਬੱਚਿਆਂ ਨੂੰ ਤੇ ਗ੍ਰੈਂਡ ਪੇਰੈਂਟਸ ਨੂੰ ਰੀਯੂਨਾਈਟ ਕਰ ਸਕਦੇ ਹਾਂ ਇਹ ਵੈਕਸੀਨ ਲੈਣੀ ਬਹੁਤ ਇੰਪੋਰਟੈਂਟ ਹੈ ਜੀ ਬਿਲਕੁਲ ਥੈਂਕ ਯੂ ਸੋ ਮਚ ਡਾਕਟਰ ਪ੍ਰਿਆ ਸਾਡੇ ਲਈ ਟਾਈਮ ਕੱਢਣ ਦੇ ਲਈ ਤੇ ਜਿਹੜੀ ਅਹਿਮ ਇਨਫੋਰਮੇਸ਼ਨ ਹੈਗੀ ਹੈ ਸਾਡੇ ਨਾਲ ਸਾਂਝੀ ਕਰਨ ਦੇ ਲਈ ਥੈਂਕ ਯੂ ਸੋ ਮਚ ਐਂਡ ਸਟੇ ਸੇਫ ਥੈਂਕ ਯੂ ਤੇ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ ਤੁਸੀਂ ਬਣੇ ਰਹੋ ਸਾਡੇ ਨਾਲ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਬ੍ਰੈਂਪਟਨ ਤੋਂ ਬਾਅਦ ਰੁਕ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦਾ ਜਿੱਥੇ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਭ ਤੋਂ ਪਹਿਲਾਂ ਹੈਲਥ ਕੇਅਰ ਪ੍ਰੋਵਾਈਡਰਸ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਹੈ ਸਾਡੇ ਨਾਲ ਜੁੜ ਰਹੇ ਨੇ ਹੈਲਥ ਕੇਅਰ ਪ੍ਰੋਵਾਈਡਰ ਹੈਦਰ ਸਕਾਟ ਤੇ ਨਾਲ ਹੀ ਜੁੜ ਰਹੇ ਨੇ ਪਾਵਰ ਲਿਫਟਰ ਸੁਮੀਤ ਸ਼ਰਮਾ ਜਿਨ੍ਹਾਂ ਨੇ ਪੈਂਡੈਮਿਕ ਦੀ ਸ਼ੁਰੂਆਤ ਤੋਂ ਹੀ ਵੱਖ-ਵੱਖ ਹਸਪੀਟਲਸ ਤੇ ਸਕੂਲਾਂ ਦੇ ਵਿੱਚ ਫੂਡ ਡੋਨੇਟ ਕੀਤਾ ਹੈ ਹੈਲੋ ਸੁਮੀਤ ਐਂਡ ਹੈਦਰ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਦ ਕਾਲ I'm happy to be here. Thank you, Rupinder. Thank you for having us. Sumit, I'll begin with you. Due to pandemic, all the championships have been cancelled and while waiting for the next shot at international glory, what inspired you to start these food donations? Well, originally I have family members and friends in India and here in BC that are healthcare workers, and just hearing their stories
about how hard healthcare workers have been working around the clock. Really touched myself, my wife, my parents, my in-laws, and just hearing their story, we really wanted to give back to the healthcare workers. So in early April, we started an initiative where we plan to go to local hospitals, donate food supplies. So I talked to my sponsors, Raga Restaurant, which is a local East Indian restaurant. I also talked to Supplement Inc., which provides nutrition products about this initiative, and they were both happy to come on board. So each week in early April, we would go to local hospitals delivering Indian food, pizza, coffee. Also being a correctional officer, I talked to the emergency response team. They came on board and also delivered pizza and coffee to the hospital as well too. We have seen the healthcare providers and all the frontline workers, they have been working so hard during this pandemic. What impact does this initiative have on you and other healthcare providers? You know, back in April and through the spring, you might recall the incredible anxiety as the healthcare workers were learning to what they needed to do to best respond. They're concerned about their family's health. They're working long hours in every corner of this hospital. And, you know, when donors like Sumit come with food, it's a sense of them knowing that they're not alone. It's a sense that they know that the community cares for them. So it's a morale boost, and it just, you know, it really helps keep them going at a very difficult time. We're just so grateful for Sumit and so many others who came by to support us. Heather, I would like to know, as you work in healthcare and now the healthcare workers, providers, they are being vaccinated first. So are you vaccinated yet? I am not. I am actually not a frontline healthcare worker. And so, like all of us in the general public, I'll be waiting to receive my vaccination when the Ministry of Health determines it's my turn. Sumit, you have won many medals for the country, and now you are helping the community, you are giving back to the community. There are many people who want to contribute to this initiative. How they can do that, and how do you manage to raise funds for this? Like I was saying earlier, when I talked to my sponsors, Raga Restaurant and Supplementing, the funds that they originally had for me to go to Czech Republic in May and compete at the World's Powerlifting Championship was put on hold. And instead of using it for that occasion, they use it for donations to give it to go to local hospitals and deliver food. As far as how viewers can get involved, I would encourage them to go to Langley Memorial Foundation, check out their website. I believe Heather will touch on it, but they're accepting cash donations where they're for new equipment so they can fight. The healthcare workers can they fight with COVID-19, they really need the support, so I encourage viewers to check out that website. Thank you, Heather and Sumit, for joining the call. Heather, at the end, do you have any advice for the public? Thanks. I would just love to hop on to what Sumit had said, and please, if you'd like to continue to support healthcare workers, it's the best way to do that now is with a donation to our website at Langley Memorial Hospital Foundation.com. The money that you give us, we invest in items such as equipment to make sure that our healthcare workers have the equipment they need to deliver the best possible care to those we serve from Langley, Surrey, Richmond, and Cloverdale. And so please do continue to support your local healthcare workers. For example, most recently we purchased a UVGI. It's a germ-killing robot that destroys the COVID virus as well as other hospital viruses. We'll be investing in other items that will help improve our infection control in hospital as well. So thank you so much for your support. Rupinder, in terms of vaccinations, I would say my only comment right now is to really make sure you're watching the guidelines that are published on the Ministry of Health website, following those, including wearing a mask and sanitizing regularly, sanitizing your hands regularly, just to make sure the spread of this virus is mitigated until we have the opportunity to be vaccinated. Well, Heather and Sumit, thank you so much for joining the call, and stay safe. Thank you. For having us.
ਸੋ ਹੁਣ ਤੱਕ ਲਈ ਬਸ ਇੰਨਾ ਹੀ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।